ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਵੇਖ ਰਹੇ ਹੋ ਕਥਾ ਗੁਰਬਾਣੀ ਵਿਚਾਰ। ਪਿਆਰੀ ਸਾਧ ਸੰਗਤ ਜੀ, ਇੱਕ ਵਾਰ ਇੱਕ ਮਹਾਤਮਾ ਆਪਣੇ ਇੱਕ ਸੇਵਕ ਨਾਲ ਕਿਤੇ ਜਾ ਰਹੇ ਸਨ। ਉਹ ਚਲਦੇ ਚਲਦੇ ਥੱਕ ਗਏ ਤਾਂ ਇੱਕ ਜਗ੍ਹਾ ਆਰਾਮ ਕਰਨ ਲਈ ਰੁਕ ਗਏ। ਥੋੜੀ ਹੀ ਦੇਰ 'ਚ ਉਹਨਾਂ ਨੂੰ ਨੀਂਦ ਆ ਗਈ। ਸੌਣ ਤੋਂ ਬਾਅਦ ਜਦੋਂ ਉਹਨਾਂ ਦੀ ਅੱਖ ਖੁੱਲੀ ਤਾਂ ਸ਼ਾਮ ਹੋ ਗਈ ਸੀ। ਉਹਨਾਂ ਨੂੰ ਪਿਆਸ ਵੀ ਲੱਗੀ ਹੋਈ ਸੀ। ਉਹਨਾਂ ਆਲੇ ਦੁਆਲੇ ਨਿਗਾਹ ਪਾਈ ਤਾਂ ਵੇਖਿਆ ਕਿ ਹਰ ਪਾਸੇ ਉਜਾੜ ਖੇਤ ਪਏ ਸਨ। ਉਹਨਾਂ ਥੋੜਾ ਹੋਰ ਧਿਆਨ ਦਿੱਤਾ ਤਾਂ ਖੇਤਾਂ ਦੇ ਨਾਲ ਹੀ ਇੱਕ ਮਕਾਨ ਨਜ਼ਰੀ ਪਿਆ। ਪਾਣੀ ਮਿਲਣ ਦੀ ਉਮੀਦ ਵਿੱਚ ਉਹ ਉਸ ਮਕਾਨ ਕੋਲ ਚਲੇ ਗਏ। ਉਹਨਾਂ ਵੇਖਿਆ ਮਕਾਨ ਬਹੁਤ ਪੁਰਾਣਾ ਤੇ ਟੁੱਟਿਆ ਫੁੱਟਿਆ ਪਿਆ ਸੀ। ਸੇਵਕ ਨੇ ਦਰਵਾਜ਼ਾ ਖੜਕਾਇਆ ਤਾਂ ਅੰਦਰੋਂ ਇੱਕ ਆਦਮੀ ਬਾਹਰ ਆਇਆ। ਉਸ ਦੇ ਨਾਲ ਹੀ ਉਸ ਦੀ ਘਰਵਾਲੀ ਅਤੇ ਬੱਚੇ ਵੀ ਬਾਹਰ ਆਏ। ਉਹਨਾਂ ਸਭ ਨੇ ਫਟੇ ਪੁਰਾਣੇ ਕੱਪੜੇ ਪਹਿਨੇ ਹੋਏ ਸਨ। ਕੀ ਸਾਨੂੰ ਪਾਣੀ ਮਿਲ ਸਕਦਾ ਹੈ? ਬੜੀ ਪਿਆਸ ਲੱਗੀ ਹੈ, ਮਹਾਤਮਾ ਨੇ ਪੁੱਛਿਆ। ਕਿਉਂ ਨਹੀਂ ਮਹਾਰਾਜ, ਆਦਮੀ ਨੇ ਬਹੁਤ ਨਿਮਰਤਾ ਨਾਲ ਕਿਹਾ। ਉਸ ਆਦਮੀ ਨੇ ਬੜੀ ਸ਼ਰਧਾ ਨਾਲ ਮਹਾਤਮਾ ਅਤੇ ਸੇਵਕ ਨੂੰ ਪਾਣੀ ਪਿਆਇਆ। ਪਾਣੀ ਪੀਣ ਤੋਂ ਬਾਅਦ ਮਹਾਤਮਾ ਅਤੇ ਸੇਵਕ ਜਾਣ ਲਈ ਖੜੇ ਹੋਏ ਤਾਂ ਉਸ ਆਦਮੀ ਨੇ ਬੜੀ ਬੇਨਤੀ ਨਾਲ ਕਿਹਾ, ਮਹਾਰਾਜ ਜੀ, ਸ਼ਾਮ ਹੋ ਚੱਲੀ ਹੈ, ਥੋੜੀ ਹੀ ਦੇਰ 'ਚ ਰਾਤ ਹੋ ਜਾਵੇਗੀ। ਅਗਲਾ ਪਿੰਡ ਵੀ ਬਹੁਤ ਦੂਰ ਹੈ, ਸੋ ਕਿਰਪਾ ਕਰਕੇ ਅੱਜ ਰਾਤ ਇੱਥੇ ਹੀ ਵਿਸ਼ਰਾਮ ਕਰੋ। ਮਹਾਤਮਾ ਜੀ ਨੇ ਉਸ ਦੀ ਬੇਨਤੀ ਸਵੀਕਾਰ ਕਰ ਲਈ ਤੇ ਉੱਥੇ ਹੀ ਰੁਕਣ ਦਾ ਫੈਸਲਾ ਕਰ ਲਿਆ। ਗੱਲਬਾਤ ਦੌਰਾਨ ਮਹਾਤਮਾ ਨੇ ਉਸ ਆਦਮੀ ਨੂੰ ਪੁੱਛਿਆ, ਮੈਂ ਵੇਖ ਰਿਹਾ ਹਾਂ ਕਿ ਤੁਹਾਡਾ ਖੇਤ ਤਾਂ ਬਹੁਤ ਵੱਡਾ ਹੈ ਅਤੇ ਉਪਜਾਊ ਹੈ, ਪਰ ਇਸ ਵਿੱਚ ਕੋਈ ਫਸਲ ਨਹੀਂ ਬੀਜੀ ਗਈ ਤੇ ਨਾ ਹੀ ਦਰਖਤਾਂ ਤੇ ਕੋਈ ਫਲ ਹੀ ਦਿਖਾਈ ਦੇ ਰਿਹਾ ਹੈ। ਫਿਰ ਤੁਹਾਡਾ ਗੁਜ਼ਾਰਾ ਕਿਵੇਂ ਚੱਲਦਾ ਹੈ? ਜੀ, ਸਾਡੇ ਕੋਲ ਇੱਕ ਗਾਂ ਹੈ ਜੋ ਕਾਫੀ ਦੁੱਧ ਦਿੰਦੀ ਹੈ। ਥੋੜਾ ਦੁੱਧ ਰੱਖ ਕੇ ਬਾਕੀ ਅਸੀਂ ਨਾਲ ਦੇ ਪਿੰਡ ਵਿੱਚ ਵੇਚ ਦਿੰਦੇ ਹਾਂ ਤੇ ਇਸੇ ਨਾਲ ਸਾਡਾ ਗੁਜ਼ਾਰਾ ਚੱਲਦਾ ਹੈ। ਥੋੜੀ ਦੇਰ ਹੋਰ ਗੱਲਬਾਤ ਕਰਕੇ ਸਾਰੇ ਸੋ ਗਏ। ਅੱਧੀ ਰਾਤ ਨੂੰ ਜਦੋਂ ਸਾਰੇ ਗੂੜੀ ਨੀਂਦ ਵਿੱਚ ਸੁੱਤੇ ਸਨ ਤਾਂ ਮਹਾਤਮਾ ਨੇ ਆਪਣੇ ਸੇਵਕ ਨੂੰ ਉਠਾਇਆ ਅਤੇ ਕਿਹਾ, ਚੱਲ ਅਸੀਂ ਹੁਣੇ ਹੀ ਜਾਣਾ ਹੈ ਅਤੇ ਆਪਣੇ ਨਾਲ ਇਸ ਆਦਮੀ ਦੀ ਗਾਂ ਵੀ ਲੈ ਚੱਲ। ਸੇਵਕ ਨੂੰ ਯਕੀਨ ਨਹੀਂ ਹੋ ਰਿਹਾ ਕਿ ਉਸ ਦਾ ਗੁਰੂ ਉਸ ਨੂੰ ਚੋਰੀ ਕਰਨ ਦਾ ਹੁਕਮ ਦੇ ਰਿਹਾ ਸੀ, ਪਰ ਉਹ ਗੁਰੂ ਦਾ ਹੁਕਮ ਵੀ ਟਾਲ ਨਹੀਂ ਸੀ ਸਕਦਾ। ਥੋੜੀ ਹੀ ਦੇਰ ਵਿੱਚ ਉਹ ਦੋਵੇਂ ਗਾਂ ਨੂੰ ਨਾਲ ਲੈ ਕੇ ਗਾਇਬ ਹੋ ਗਏ। ਇਹ ਘਟਨਾ ਸੇਵਕ ਦੇ ਮਨ ਵਿੱਚ ਘਰ ਘਰ ਗਈ। ਸੇਵਕ ਹੁਣ ਉਸ ਆਦਮੀ ਬਾਰੇ ਹੀ ਸੋਚਦਾ ਰਹਿੰਦਾ ਕਿ ਉਸ ਕੋਲ ਇੱਕ ਹੀ ਸਾਧਨ ਸੀ ਜਿਸ ਤੇ ਉਸ ਦਾ ਪਰਿਵਾਰ ਪਲਦਾ ਸੀ ਅਤੇ ਉਹ ਵੀ ਅਸੀਂ ਚੋਰੀ ਕਰਕੇ ਲੈ ਆਏ ਹਾਂ। ਪਰ ਉਸ ਵਿੱਚ ਆਪਣੇ ਗੁਰੂ ਤੋਂ ਕਦੀ ਇਸ ਬਾਰੇ ਪੁੱਛਣ ਦੀ ਹਿੰਮਤ ਨਾ ਹੋਈ। ਇਸ ਘਟਨਾ ਨੂੰ 10-12 ਸਾਲ ਹੋ ਗਏ ਅਤੇ ਹੌਲੀ ਹੌਲੀ ਸੇਵਕ ਵੀ ਇਹ ਘਟਨਾ ਭੁੱਲ ਗਿਆ। ਇੱਕ ਦਿਨ ਮਹਾਤਮਾ ਨੇ ਆਪਣੇ ਉਸੇ ਸੇਵਕ ਨੂੰ ਆਪਣੇ ਕੋਲ ਬੁਲਾਇਆ ਅਤੇ ਕਿਸੇ ਪਿੰਡ ਵਿੱਚ ਸਤਸੰਗ ਕਰਨ ਲਈ ਭੇਜਿਆ। ਸੇਵਕ ਆਪਣੇ ਕੁਝ ਸਾਥੀਆਂ ਨੂੰ ਨਾਲ ਲੈ ਕੇ ਉਸ ਪਿੰਡ ਵੱਲ ਚੱਲ ਪਿਆ। ਰਸਤੇ ਵਿੱਚ ਸੇਵਕ ਉਸੇ ਖੇਤ ਤੇ ਪਹੁੰਚ ਗਿਆ ਜਿੱਥੋਂ ਉਹਨੇ ਕਈ ਸਾਲ ਪਹਿਲਾਂ ਗਾਂ ਚੋਰੀ ਕੀਤੀ ਸੀ, ਪਰ ਹੁਣ ਉੱਥੇ ਖੇਤ ਫਲਾਂ ਨਾਲ ਭਰੇ ਹੋਏ ਸਨ ਤੇ ਉਸ ਟੁੱਟੇ ਹੋਏ ਮਕਾਨ ਦੀ ਥਾਂ ਤੇ ਮਹਿਲਨੁਮਾ ਮਕਾਨ ਬਣਿਆ ਹੋਇਆ ਸੀ। ਸੇਵਕ ਕੁਝ ਦੇਰ ਮੌਨ ਅਵਸਥਾ 'ਚ ਉੱਥੇ ਹੀ ਖੜਾ ਰਿਹਾ। ਉਸਨੇ ਮਨ ਹੀ ਮਨ ਸੋਚਿਆ ਕਿ ਸ਼ਾਇਦ ਕਿਸੇ ਹੋਰ ਨੇ ਉਸ ਆਦਮੀ ਦਾ ਮਕਾਨ ਤੇ ਖੇਤ ਖਰੀਦ ਲਏ ਹੋਣ। ਅਜੇ ਉਹ ਇਹ ਸਭ ਸੋਚ ਹੀ ਰਿਹਾ ਸੀ ਕਿ ਉਸ ਮਕਾਨ ਤੋਂ ਇੱਕ ਕਾਰ ਬਾਹਰ ਆਈ। ਕਾਰ ਉਹਨਾਂ ਕੋਲ ਆ ਕੇ ਰੁਕ ਗਈ। ਕਾਰ ਤੋਂ ਇੱਕ ਆਦਮੀ ਬਾਹਰ ਆਇਆ ਅਤੇ ਕਿਹਾ, ਮਹਾਤਮਾ ਜੀ, ਕਿਰਪਾ ਕਰੋ, ਮੇਰੇ ਘਰ ਚੱਲੋ ਅਤੇ ਲੰਗਰ ਪਾਣੀ ਖਾ ਕੇ ਆਪਣੀ ਯਾਤਰਾ ਤੇ ਚਲੇ ਜਾਣਾ। ਜਦੋਂ ਸੇਵਕ ਨੇ ਧਿਆਨ ਨਾਲ ਉਸ ਆਦਮੀ ਵੱਲ ਵੇਖਿਆ ਤਾਂ ਉਸ ਦੇ ਚਿਹਰੇ ਤੇ ਹੈਰਾਨੀ ਦੇ ਬੱਦਲ ਛਾ ਗਏ, ਕਿਉਂਕਿ ਇਹ ਤਾਂ ਉਹੀ ਆਦਮੀ ਸੀ ਜਿਸ ਦੀ ਗਾਂ ਉਹਨੇ ਚੋਰੀ ਕੀਤੀ ਸੀ।
उस आदमी ने भी सेवक नूं पछाण लिया। सेवक मन ही मन डर रहा सी कि हुण यह आदमी जरूर ही उसनूं सजा देवेगा। सेवक ने डरदे होए पुछया, तुसीं तां ओही हो। अजे सेवक ने अपनी गल पूरी भी ना कीती कि वह आदमी विचों ही टोकदे होए बोलिया, हाँ हाँ महात्मा जी, मैं ओही आदमी हाँ जो कई साल पहला तुहानू इत्थे मिलिया सी। तुसी अपने गुरु नाल मेरे घर आए सी, पर हुण पहला तुसी मेरे घर चलो, लंगर पानी छको ते बाकी गल उत्थे ही करदे हां। सेवक ते उसदे साथी उस आदमी नाल उसदे घर चले गए। सेवक बहुत हैरान सी कि यह आदमी इन्ना अमीर किवें बन गया सी। अपनी गां चोरी करने वालियां नाल भी सजा देने की बजाय श्रद्धा नाल पेश आ रहा सी। सेवक की मनोस्थिति वेख के वह आदमी बोलिया, महात्मा जी, तुहाडे अते तुहाडे गुरु जी दे आशीर्वाद नाल अज मैं इस अवस्था तक पहुंचिया हाँ। रब दा शुक्र है कि तुसी मैनू दोबारा मिल गए हो। मैं तां तुहाडी बहुत भाल कीती, पर तुहाडा कोई अता पता ना लग सकिया। मैं तुहानू मिल के तुहाडा धन्नवाद करना चाहुंदा सी। जिवें जिवें ओह आदमी गल्लां कर रहा सी, उवें उवें सेवक दी हैरानी होर वध रही सी। अते उसे हैरानी नाल सेवक ने पुछया, जी साडा धन्नवाद? असीं तां तुहाडी गां। सेवक दी गल फिर कटदे होए ओह आदमी बड़ी उत्सुकता नाल बोलिया, महात्मा जी, उस रात जदों तुसी चल गए सो ते साडी गां भी ना मिली, असी समझ गए सां कि महात्मा जी साडी गां लैके चले गए हन। इन्ना तां साडा दिल कह रहा सी कि महात्मा जी चोरी नहीं कर सकते ते गां नूं नाल लैके जाण दा उन्हां दा कोई ना कोई मकसद जरूर होवेगा, पर सानू पता नहीं सी कि ओह मकसद की सी। पर काफी देर बाद सानू समझ आया कि महात्मा जी ने साडे ते किन्ना वड्डा उपकार कीता सी। सेवक ने अपनी बड़ी उत्सुकता नाल पुछया, उपकार ओ किवें? उस आदमी ने जवाब दिंदे होए कहा, शुरू शुरू विच कई दिन तां सानू समझ ही ना आया कि की करिए, पर जिंदगी जिउण लई कुछ तां करना ही सी, सो लकड़ियां कट के बेचना शुरू कर दिता। लकड़ियां वेच के जो मिलदा सी उस नाल खेतां 'च बीज दिते। किस्मत नाल फसल चंगी निकल आई ते असी फलां दे बगीचे ला लए ते हौली हौली साडा काम जम गया ते हुण नाल नाल दे हजारां पिंडां विच मैं सब तो वड्डा फलां दा व्यापारी बन गया हां। सचमुच अजिहा ना हुंदा जे महात्मा जी मेरी गां अपने नाल ना लैके जांदे, पर यह काम तां तुसी पहलां भी कर सकदे सी। सेवक ने खुशी ते जिग्यासा नाल पुछया। आदमी ने कहा, हाँ बिल्कुल कर सकता सी, पर उस समय जिंदगी बिना मेहनत तो आराम नाल चल रही सी। कदी लग्या ही नहीं सी कि मेरे अंदर इन्ना कुछ करन दी काबलियत सी, सो कदी कोशिश ही नहीं कीती। पर जदों गां कोल ना रही तां यतन करना पिया ते मेरे जिहा फटे हाल भी इस मुकाम ते पुज गया। हुण सेवक अपने गुरु दे हुक्म दा असली अर्थ समझ चुका सी ਅਤੇ ਉਸ ਦੇ ਦਿਲ ਵਿੱਚ ਆਪਣੇ ਗੁਰੂ ਲਈ ਆਦਰ ਤੇ ਸਤਿਕਾਰ ਹੋਰ ਵੀ ਵੱਧ ਗਿਆ ਸੀ। ਪਿਆਰੇ ਦੋਸਤੋ, ਪਿਆਰੀ ਸਾਧ ਸੰਗਤ ਜੀ, ਕਈ ਵਾਰ ਅਸੀਂ ਹਾਲਾਤਾਂ ਦੇ ਇੰਨੇ ਆਦੀ ਹੋ ਜਾਂਦੇ ਹਾਂ ਕਿ ਉਹਨਾਂ ਨਾਲ ਸਮਝੌਤਾ ਕਰ ਲੈਂਦੇ ਹਾਂ, ਭਾਵੇਂ ਉਹ ਹਾਲਾਤ ਕਿੰਨੇ ਵੀ ਖਰਾਬ ਕਿਉਂ ਨਾ ਹੋਣ। ਅਸੀਂ ਆਪਣੇ ਮੌਜੂਦਾ ਕੰਮ ਜਾਂ ਨੌਕਰੀ ਨੂੰ ਨਫ਼ਰਤ ਕਰਦੇ ਹਾਂ ਤੇ ਇਸ ਨੂੰ ਸਿਰਫ ਇਸ ਕਰਕੇ ਨਹੀਂ ਬਦਲਦੇ ਕਿ ਇਸ ਨਾਲ ਸਾਡੀ ਦਾਲ ਰੋਟੀ ਦਾ ਖਰਚਾ ਨਿਕਲ ਰਿਹਾ ਹੈ, ਪਰ ਅਜਿਹਾ ਕਰਨ ਦੇ ਚੱਕਰ ਵਿੱਚ ਅਸੀਂ ਆਪਣੀ ਪੂਰੀ ਕਾਬਲੀਅਤ ਨੂੰ ਨਹੀਂ ਵਰਤ ਪਾਉਂਦੇ, ਜਿਸ ਕਾਰਨ ਅਸੀਂ ਉਹ ਹਾਸਲ ਨਹੀਂ ਕਰ ਪਾਉਂਦੇ ਜਿਸ ਦੇ ਅਸੀਂ ਹੱਕਦਾਰ ਹੁੰਦੇ ਹਾਂ। ਸੋਚੋ, ਸਾਡੇ ਕੋਲ ਕੋਈ ਅਜਿਹੀ ਗਾਂ ਤਾਂ ਨਹੀਂ ਜੋ ਸਾਨੂੰ ਇੱਕ ਬਿਹਤਰ ਜ਼ਿੰਦਗੀ ਜਿਉਣ ਤੋਂ ਰੋਕ ਰਹੀ ਹੋਵੇ। किते अजिहा नहीं कि तुहानू लगदा होवे कि तुसी उस गां नू बन रखिया है, पर दरअसल उस गां ने तुहानू बन रखिया है। जे तुहानू इंज लगदा है तां अगे वधो, थोड़ी हिम्मत विखाओ ते उस गां दी रस्सी वड्ड दिओ। तुहाडे कोल गवाउण नू बहुत थोड़ा है ते मिलण नू सारा संसार। वाहिगुरू जी का खालसा, वाहिगुरू जी की फतेह।